ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 12ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ ਪੁਸਤਕ ਵਿੱਚ ਦਰਜ ਸੂਫੀ ਸੰਤ ਸ਼ਾਹ ਹੁਸੈਨ ਜੀ ਦੀਆਂ ਕਾਫੀਆਂ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਸੂਫੀ ਕਾਵਿਧਾਰਾ ਕੀ ਹੈ। ਸੂਫੀ ਕਾਵਿਧਾਰਾ ਪੰਜਾਬੀ ਸਾਹਿਤ ਦੀ ਇੱਕ ਪ੍ਰਮੁੱਖ ਕਾਵਿਧਾਰਾ ਹੈ। ਇਸ ਦਾ ਜਨਮ ਪੂਰਵ ਨਾਨਕ ਕਾਲ ਵਿੱਚ ਸ਼ੇਖ ਫਰੀਦ ਜੀ ਦੀ ਰਚਨਾ ਨਾਲ ਹੋਇਆ। ਪੂਰਵ ਨਾਨਕ ਕਾਲ ਵਿੱਚ ਸ਼ੇਖ ਫਰੀਦ ਜੀ ਦੀ ਰਚਨਾ ਨਾਲ ਆਰੰਭ ਹੋਈ ਸੂਫੀ ਕਾਵਿਧਾਰਾ ਗੁਰੂ ਨਾਨਕ ਕਾਲ ਵਿੱਚ ਵਧੇਰੇ ਪ੍ਰਫੁੱਲਤ ਅਤੇ ਵਿਕਸਿਤ ਹੋਈ। ਇਸ ਕਾਲ ਵਿੱਚ ਸ਼ਾਹ ਹੁਸੈਨ ਜੀ ਇੱਕ ਮਹੱਤਵਪੂਰਨ ਸੂਫੀ ਕਵੀ ਹੋਏ ਹਨ। ਸ਼ਾਹ ਹੁਸੈਨ ਜੀ ਦਾ ਜਨਮ ਸ਼ੇਖ ਉਸਮਾਨ ਦੇ ਘਰ ਲਾਹੌਰ ਵਿੱਚ 1539 ਈਸਵੀ ਵਿੱਚ ਹੋਇਆ। ਬਚਪਨ ਵਿੱਚ ਆਪ ਨੂੰ ਮੌਲਵੀ ਅਬੂ ਬਕਰ ਸਾਹਿਬ ਕੋਲ ਪੜ੍ਹਨੇ ਪਾਇਆ ਗਿਆ ਅਤੇ 7 ਵਰ੍ਹਿਆਂ ਦੀ ਉਮਰ ਵਿੱਚ ਹੀ ਆਪ ਨੇ ਕੁਰਾਨ ਸ਼ਰੀਫ ਯਾਦ ਕਰ ਲਿਆ। ਇੱਕ ਸੁੰਦਰ ਬ੍ਰਾਹਮਣ ਲੜਕੇ ਮਾਧੋ ਲਾਲ ਨਾਲ ਪਿਆਰ ਕਰਕੇ ਆਪ ਨੂੰ ਮਾਧੋ ਲਾਲ ਹੁਸੈਨ ਦੇ ਨਾਂ ਨਾਲ ਪੁਕਾਰਿਆ ਜਾਣ ਲੱਗ ਪਿਆ। ਸ਼ਾਹ ਹੁਸੈਨ ਜੀ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਸਨ। 1593 ਈਸਵੀ ਵਿੱਚ ਆਪ ਅਕਾਲ ਚਲਾਣਾ ਕਰ ਗਏ। ਸ਼ਾਹ ਹੁਸੈਨ ਪੰਜਾਬੀ ਵਿੱਚ ਲਿਖਣ ਵਾਲੇ ਸੂਫੀ ਕਵੀ ਸਨ। ਆਪ ਦੀਆਂ ਨਿੱਕੀਆਂ ਅਤੇ ਭਾਵਪੂਰਵ ਕਾਫੀਆਂ ਮਿੱਠੀ ਬੋਲੀ ਵਿੱਚ ਲਿਖੀਆਂ ਹੋਈਆਂ ਮਿਲਦੀਆਂ ਹਨ, ਜਿਨ੍ਹਾਂ ਦੀ ਗਿਣਤੀ 162 ਹੈ। ਸ਼ਾਹ ਹੁਸੈਨ ਜੀ ਦੇ ਵਿਚਾਰਾਂ ਅਨੁਸਾਰ ਚੰਗੇ ਅਮਲ ਮਨੁੱਖ ਦੇ ਜੀਵਨ ਨੂੰ ਸੁਆਰਦੇ ਹਨ। ਅਮਲਾਂ ਤੋਂ ਬਿਨਾਂ ਖੁਆਰੀ ਹੁੰਦੀ ਹੈ। ਹਰ ਚੀਜ਼ ਰੱਬ ਦੇ ਭੈ ਅੰਦਰ ਬੱਝੀ ਹੋਈ ਕੰਮ ਕਰ ਰਹੀ ਹੈ। ਆਪ ਦਾ ਵਿਚਾਰ ਹੈ ਕਿ ਜੇਕਰ ਦਿਲ ਦਾ ਵਿਹੜਾ ਕੂੜੇ ਨਾਲ ਭਰ ਜਾਵੇ ਤਾਂ ਬੁਹਾਰੀ ਦੇਣੀ ਠੀਕ ਹੈ। ਆਪ ਅਨੁਸਾਰ ਜੰਗਲਾਂ ਵਿੱਚ ਘੁੰਮਣ ਨਾਲ ਪ੍ਰੀਤਮ ਨਹੀਂ ਮਿਲਦਾ, ਉਸ ਦੀ ਖੋਜ ਆਪਣੇ ਅੰਦਰ ਕਰਨੀ ਚਾਹੀਦੀ ਹੈ। ਆਪ ਦੀਆਂ ਕਾਫੀਆਂ ਤੀਬਰ ਪਿਆਰ ਅਤੇ ਵੈਰਾਗ ਨੂੰ ਪੇਸ਼ ਕਰਦੀਆਂ ਹਨ, ਜਿਨ੍ਹਾਂ ਨੂੰ ਗਾਉਂਦਿਆਂ ਸੁਣਦਿਆਂ ਮਸਤੀ ਛਾ ਜਾਂਦੀ ਹੈ। ਆਪ ਜੀ ਦੀਆਂ ਕਾਫੀਆਂ ਦਾ ਸੰਗ੍ਰਹਿ ਕਲਾਮ ਸ਼ਾਹ ਹੁਸੈਨ ਦੇ ਨਾਮ ਨਾਲ ਪ੍ਰਕਾਸ਼ਿਤ ਹੋਇਆ ਹੈ। ਹੁਣ ਅਸੀਂ 12ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਸੂਫੀ ਸੰਤ ਸ਼ਾਹ ਹੁਸੈਨ ਜੀ ਦੀਆਂ ਕਾਫੀਆਂ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਰਚਨਾ ਨੂੰ ਪੜ੍ਹਾਂਗੇ, ਔਖੇ ਸ਼ਬਦਾਂ ਦੇ ਅਰਥ ਕਰਾਂਗੇ, ਕਾਵਿ ਸਤਰਾਂ ਦੀ ਵਿਆਖਿਆ ਕਰਾਂਗੇ ਅਤੇ ਕੇਂਦਰੀ ਜਾਂ ਅੰਤਰੀ ਭਾਵ ਕਰਾਂਗੇ। ਸਾਡੇ ਪਾਠਕ੍ਰਮ ਵਿੱਚ ਸ਼ਾਮਿਲ ਸ਼ਾਹ ਹੁਸੈਨ ਜੀ ਦੀ ਪਹਿਲੀ ਕਾਫੀ ਦਾ ਨਾਂ ਹੈ ਇੱਥੇ ਰਹਿਣਾ ਨਹੀਂ। ਇਸ ਕਾਫੀ ਵਿੱਚ ਕਵੀ ਨੇ ਮਨੁੱਖ ਨੂੰ ਉਸ ਦੇ ਸਰੀਰ ਦੀ ਨਾਸ਼ਮਾਨਤਾ ਦੀ ਚੇਤਾਵਨੀ ਦਿੰਦਿਆਂ ਉਸ ਨੂੰ ਮਾਣ ਹੰਕਾਰ ਅਤੇ ਤ੍ਰਿਸ਼ਨਾ ਦਾ ਤਿਆਗ ਕਰਕੇ ਨਿਮਰਤਾ ਅਤੇ ਨਿਰਮਾਣਤਾ ਭਰਿਆ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੱਤੀ ਹੈ। ਕਾਫੀ ਹੈ ਇੱਥੇ ਰਹਿਣਾ ਨਹੀਂ, ਕੋਈ ਬਾਤ ਚੱਲਣ ਦੀ ਕਰਵੋ ਰਹਾਓ, ਵੱਡੇ ਉੱਚੇ ਮਹਿਲ ਉਸਾਰਿਓ, ਗੋਰ ਨਿਮਾਣੀ ਘਰ ਵੋ, ਜਿਸ ਦੇਹੀ ਤੂੰ ਮਾਨ ਕਰੇਨੈ, ਜਿਉਂ ਪਰਛਾਵੇਂ ਢਰਵੋ, ਛੋੜ ਤਿਰਖਾਏ ਪਕੜ ਹਲੀਮੀ, ਭੈ ਸਾਹਿਬ ਥੀ ਡਰਵੋ, ਕਹੇ ਹੁਸੈਨ ਹਯਾਤੀ ਲੋੜੇ, ਤਾਂ ਮਰਨ ਥੀ ਅੱਗੇ ਮਰਵੋ।
ਗੌਰ ਸ਼ਬਦ ਦਾ ਅਰਥ ਹੈ ਕਬਰ। ਕਰੇਨੈ ਸ਼ਬਦ ਦਾ ਅਰਥ ਹੈ ਕਰਦਾ ਹੈ। ਢਰ ਸ਼ਬਦ ਦਾ ਅਰਥ ਹੈ ਢਲਦਾ। ਤਿਰਖਾਏ ਸ਼ਬਦ ਦਾ ਅਰਥ ਹੈ ਤ੍ਰਿਸ਼ਨਾ। ਹਲੀਮੀ ਸ਼ਬਦ ਦਾ ਅਰਥ ਹੈ ਨਿਮਰਤਾ। ਭੈ ਸ਼ਬਦ ਦਾ ਅਰਥ ਹੈ ਡਰ। ਥੀ ਸ਼ਬਦ ਦਾ ਅਰਥ ਹੈ ਤੂੰ। ਹਯਾਤੀ ਸ਼ਬਦ ਦਾ ਅਰਥ ਹੈ ਜ਼ਿੰਦਗੀ। ਮਰਨ ਥੀ ਅੱਗੇ ਮਰ ਸ਼ਬਦ ਦਾ ਅਰਥ ਹੈ ਅਭਿਮਾਨ ਛੱਡ ਕੇ ਜੀਵਨ ਬਤੀਤ ਕਰ। ਸ਼ਾਹ ਹੁਸੈਨ ਜੀ ਕਹਿੰਦੇ ਹਨ ਕਿ ਹੇ ਭਾਈ, ਤੂੰ ਇਸ ਦੁਨੀਆ ਵਿੱਚ ਸਦਾ ਨਹੀਂ ਰਹਿਣਾ। ਤੈਨੂੰ ਹੋਰ ਗੱਲਾਂ ਛੱਡ ਕੇ ਇੱਥੋਂ ਤੁਰਨ ਦੀ ਗੱਲ ਕਰਨੀ ਚਾਹੀਦੀ ਹੈ ਅਤੇ ਇਸ ਪ੍ਰਕਾਰ ਮੌਤ ਨੂੰ ਚੇਤੇ ਕਰਨਾ ਚਾਹੀਦਾ ਹੈ। ਤੂੰ ਸੰਸਾਰਿਕ ਪਦਾਰਥਾਂ ਨੂੰ ਇਕੱਤਰ ਕਰ ਕਰਕੇ ਵੱਡੇ ਵੱਡੇ ਮਹਿਲ ਉਸਾਰ ਲਏ ਹਨ ਜੋ ਕਿ ਸਦਾ ਤੇਰੇ ਕੰਮ ਨਹੀਂ ਆਉਣੇ। ਅੰਤ ਨਿਮਾਣੀ ਕਬਰ ਹੀ ਤੇਰਾ ਘਰ ਰਹਿ ਜਾਵੇਗੀ। ਤੂੰ ਜਿਸ ਸੋਹਣੇ ਸਰੀਰ ਦਾ ਮਾਣ ਕਰਦਾ ਹੈ ਅਤੇ ਜਿਸ ਦੇ ਸੁੱਖ ਤੇ ਸ਼ਿੰਗਾਰ ਲਈ ਇੰਨੇ ਪਾਪੜ ਵੇਲਦਾ ਹੈ, ਇਹ ਢਲਦੇ ਪਰਛਾਵੇਂ ਵਾਂਗ ਹੈ। ਇਹ ਸਰੀਰ ਸਦਾ ਰਹਿਣ ਵਾਲਾ ਨਹੀਂ। ਇਸ ਕਰਕੇ ਤੇਰੇ ਲਈ ਸੰਸਾਰਿਕ ਪਦਾਰਥਾਂ ਦੇ ਅਡੰਬਰ ਉਸਾਰਨੇ ਕਿਸੇ ਕੰਮ ਨਹੀਂ। ਤੈਨੂੰ ਇਹਨਾਂ ਦੀ ਤ੍ਰਿਸ਼ਨਾ ਨੂੰ ਛੱਡ ਕੇ ਨਿਮਰਤਾ ਧਾਰਨ ਕਰਨੀ ਚਾਹੀਦੀ ਹੈ ਅਤੇ ਡਾਢੇ ਰੱਬ ਦੇ ਭੈ ਤੋਂ ਡਰਨਾ ਚਾਹੀਦਾ ਹੈ। ਜੇਕਰ ਤੂੰ ਜ਼ਿੰਦਗੀ ਚਾਹੁੰਦਾ ਹੈ ਤਾਂ ਤੈਨੂੰ ਮੌਤ ਆਉਣ ਤੋਂ ਪਹਿਲਾਂ ਆਪਣੇ ਅੰਦਰੋਂ ਹਉਮੈ ਨੂੰ ਮਾਰ ਦੇਣਾ ਚਾਹੀਦਾ ਹੈ। ਇਸ ਪ੍ਰਕਾਰ ਤੂੰ ਪ੍ਰਭੂ ਨਾਲ ਇਕਮਿਕ ਹੋ ਕੇ ਅਮਰ ਹੋ ਜਾਵੇਂਗਾ। ਸੋ ਇਹ ਸੀ ਸ਼ਾਹ ਹੁਸੈਨ ਜੀ ਦੀ ਕਾਫੀ ਇੱਥੇ ਰਹਿਣਾ ਨਹੀਂ। ਇੱਥੇ ਰਹਿਣਾ ਨਹੀਂ ਕਾਫੀ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਮਨੁੱਖੀ ਸਰੀਰ ਨਾਸ਼ਮਾਨ ਹੈ। ਇਸ ਕਰਕੇ ਮਨੁੱਖ ਨੂੰ ਮਾਣ ਹੰਕਾਰ ਅਤੇ ਤ੍ਰਿਸ਼ਨਾ ਤਿਆਗ ਕੇ ਨਿਮਰਤਾ ਅਤੇ ਨਿਰਮਾਣਤਾ ਨੂੰ ਧਾਰਨ ਕਰਨਾ ਚਾਹੀਦਾ ਹੈ। ਸ਼ਾਹ ਹੁਸੈਨ ਜੀ ਦੀ ਅਗਲੀ ਕਾਫੀ ਹੈ ਕੈ ਬਾਗੇ ਦੀ ਮੂਲੀ। ਕੈ ਬਾਗੇ ਦੀ ਮੂਲੀ ਹੁਸੈਨਾ, ਤੂੰ ਕੈ ਬਾਗੇ ਦੀ ਮੂਲੀ ਰਹਾਓ। ਬਾਗਾਂ ਦੇ ਵਿੱਚ ਫੁੱਲ ਅਜਾਇਬ, ਤੂੰ ਵੀ ਇੱਕ ਗੰਦੂਲੀ। ਆਪਣਾ ਆਪ ਪਛਾਣੇ ਨਹੀਂ, ਅਵਰਾਂ ਦੇਖ ਕਿਉਂ ਭੂਲੀ। ਇਸ਼ਕੇ ਦੇ ਦਰਿਆਓ ਕਰਾਹੀ, ਮਨਸੂਰ ਕਬੂਲੀ ਸੂਲੀ। ਸ਼ਾਹ ਹੁਸੈਨ ਪਿਆ ਦਰ ਉੱਤੇ, ਜੇ ਕਰ ਪਵੇ ਕਬੂਲੀ। ਤੂੰ ਕਹਿ ਬਾਗੇ ਦੀ ਮੂਲੀ ਦਾ ਅਰਥ ਹੈ ਤੂੰ ਇੱਕ ਮਾਮੂਲੀ ਜਿਹੀ ਚੀਜ਼ ਹੈ। ਅਜਾਇਬ ਦਾ ਅਰਥ ਹੈ ਅਨੋਖੇ। ਗੰਦੂਲੀ ਸ਼ਬਦ ਦਾ ਅਰਥ ਹੈ ਖੁਸ਼ਬੂਦਾਰ ਬੂਟੀ ਜਾਂ ਜੰਗਲੀ ਬੂਟੀ। ਅਵਰਾਂ ਸ਼ਬਦ ਦਾ ਅਰਥ ਹੈ ਹੋਰਨਾਂ। ਕਰਾਹੀ ਸ਼ਬਦ ਦਾ ਅਰਥ ਹੈ ਉਲਟੇ ਰਾਹ ਚੱਲਣ ਵਾਲੇ। ਮਨਸੂਰ ਸ਼ਬਦ ਦਾ ਅਰਥ ਹੈ ਈਰਾਨ ਦਾ ਇੱਕ ਸੂਫੀ ਫਕੀਰ ਜਿਸ ਨੂੰ ਅਨਲ ਹਕ ਭਾਵ ਮੈਂ ਹੀ ਰੱਬ ਹਾਂ ਕਹਿਣ ਉੱਤੇ ਸ਼ਰਈ ਮੁਲਾਣਿਆਂ ਨੇ ਸੂਲੀ ਚੜਵਾ ਦਿੱਤਾ ਸੀ। ਦਰ ਦਾ ਅਰਥ ਹੈ ਦਰਵਾਜ਼ਾ ਜਾਂ ਚੌਖਟ। ਇਸ ਕਾਫੀ ਵਿੱਚ ਸ਼ਾਹ ਹੁਸੈਨ ਜੀ ਬੜੀ ਨਿਰਮਾਣਤਾ ਨਾਲ ਆਪਣੇ ਅਧਿਆਤਮਿਕ ਚੱਲਣ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹਨ। ਸ਼ਾਹ ਹੁਸੈਨ ਜੀ ਕਹਿੰਦੇ ਹਨ ਕਿ ਇਸ ਸੰਸਾਰ ਵਿੱਚ ਤੇਰੀ ਹਸਤੀ ਬੜੀ ਹੀ ਤੁੱਛ ਹੈ। ਤੂੰ ਇੱਕ ਮਾਮੂਲੀ ਚੀਜ਼ ਹੈ। ਆਲੇ ਦੁਆਲੇ ਪਸਰੇ ਸੰਸਾਰ ਰੂਪੀ ਬਾਗਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਅਨੋਖੇ ਫੁੱਲ ਖਿੜੇ ਹੋਏ ਹਨ ਅਤੇ ਤੂੰ ਵੀ ਉਹਨਾਂ ਵਿੱਚੋਂ
एक खुशबूदार बूटी है। तू अपने आप दी पछाण दा काम तां करदा नहीं, पर आले दुआले पसरे होरनां पदार्थां नूं देख के भुल्लिया फिरदा है। तैनूं पता होना चाहिदा है कि इश्क दे दरियावां दा चाला उल्टा हुंदा है। इत्थे आशिक नूं प्रेम नहीं सगों मौत मिलदी है। इसे कारण मंसूर नूं सूली चढ़ना मंजूर करना पिया। शाह हुसैन जी कहते हैं, हे प्रभु, मैं तेरे दर ते ढह पिया हाँ तां जो तू मिहर करके मैनू कबूल कर लवे। कै बागे दी मूली काफ़ी दा केंद्री जां अंतरीव भाव यह है कि मनुख इस संसार विच एक मामूली चीज़ है, पर वह अपना आपा पछाणन दी थां संसार दे होरनां पदार्थां मगर भुल्लिया फिरदा है। इश्क दे औखे पैंडे उत्ते चल के अते निर्माणता धारण करके ही वह रब दी मेहर दा पात्र बन सकदा है। शाह हुसैन जी दी अगली काफ़ी दा नां है रब्बा मेरे औगण चित ना धरी। इस काफ़ी विच शाह हुसैन ने इस्त्री रूप विच रब तो मंग कीती है कि वह उस औगणहारी उत्ते मेहर करके उस नूं पार लंघावे अते उस दे औगणां नूं विचार के इंसाफ ना करे, क्योंकि इस तरह उस दा छुटकारा नहीं हो सकदा। रब्बा मेरे औगण चित ना धरी रहाओ, औगुणयारी नूं कोगण नाही लू लू ऐब भरी, ज्यों भावे त्यों राख प्यारिया मैं तेरे दुआरे परी, कहे हुसैन फकीर निमाणा अदलों फजल करी। औगुण शब्द का अर्थ है दोष जां बुराइयां। को शब्द का अर्थ है कोई। ऐब शब्द का अर्थ है पाप जां औगुण जां दोष। परी शब्द का अर्थ है पई। अदलों फजल करी भाव मेरे विच बहुत कमजोरियां अते नुक्स हन, इस करके तू मेरे ते मेहर करी। शाह हुसैन जी कहते हैं, हे परमात्मा, तू मेरे औगणां नूं अपने ख्याल विच ना रखी। जे तू मेरे औगण विचारेगा तां मेरा छुटकारा नहीं हो सकदा। मैं बहुत औगणहारी हाँ अते मेरे विच एक भी गुण नहीं। मेरा तां रोम रोम पापां नाल भरिया होया है। इस करके तू मेरे औगुण ना विचार, सगों मेरे उत्ते मेहर कर। हे प्यारे, मैं तेरे द्वारे ते आ डिग्गी हाँ, जिवें तेरा दिल करदा है मैनू उसे तरह ही रख। हे परमात्मा, शाह हुसैन एक निमाणा फकीर है। मैं तेथों मंग करदा हाँ कि तू मेरे औगणा अते कमजोरियां वल देख के मेरे नाल न्याय करन दा जतन ना करी, सगों तू मैनू अपनी मेहर करके पार लंघा देवीं। रब्बा मेरे औगुण चित ना धरी काफ़ी दा केंद्री जां अंतरीव भाव यह है कि मनुख औगणहार है। उस नूं रब कोलों अपने कीते कर्मां अनुसार इंसाफ दी मंग नहीं, सगों उस दी मेहर दी ही मंग करनी चाहिदी है, क्योंकि केवल उस दी मेहर नाल ही मनुख दा पार उतारा हो सकदा है। सूफी संत शाह हुसैन जी दी अगली काफ़ी है मुश्किल घाट फकीरी दा। इस काफ़ी विच शाह हुसैन जी फकीरी दे रस्ते उपर तुरन लई मनुख नूं दुरमत
ਅਤੇ ਹੰਕਾਰ ਨੂੰ ਖਤਮ ਕਰਕੇ ਨਿਮਰਤਾ ਅਤੇ ਜ਼ੁਬਾਨ ਦੀ ਮਿਠਾਸ ਨੂੰ ਧਾਰਨ ਕਰਨ ਲਈ ਕਹਿੰਦੇ ਹਨ। ਸ਼ਾਹ ਹੁਸੈਨ ਜੀ ਕਹਿੰਦੇ ਹਨ, ਮੁਸ਼ਕਿਲ ਘਾਟ ਫਕੀਰੀ ਦਾ ਵੋ ਮੁਸ਼ਕਿਲ ਘਾਟ ਫਕੀਰੀ ਦਾ, ਪਾਏ ਕੁਠਾਲੀ ਦੁਰਮਤ ਗਾਲੀ, ਕਰਮ ਜਗਾਏ ਸ਼ਰੀਰੀ ਦਾ ਵੋ ਰਹਾਓ, ਛੋੜ ਤਕਬਰੀ ਪਕੜ ਹਲੀਮੀ, ਰਾਹੇ ਪਕੜੋ ਸ਼ੀਰੀ ਦਾ ਵੋ, ਕਹੇ ਹੁਸੈਨ ਫਕੀਰ ਨਿਮਾਣਾ, ਦਫ਼ਤਰ ਪਾੜੋ ਮੀਰੀ ਦਾ ਵੋ। ਘਾਟ ਦਾ ਅਰਥ ਹੈ ਰਸਤਾ। ਕੁਠਾਲੀ ਸ਼ਬਦ ਦਾ ਅਰਥ ਹੈ ਮਿੱਟੀ ਦਾ ਇੱਕ ਬਰਤਨ ਜਿਸ ਵਿੱਚ ਸੁਨਿਆਰੇ ਸੋਨਾ ਜਾਂ ਚਾਂਦੀ ਵਰਗੀਆਂ ਧਾਤਾਂ ਨੂੰ ਢਾਲਦੇ ਹਨ। ਦੁਰਮਤ ਦਾ ਅਰਥ ਹੈ ਨਾਦਾਨੀ ਜਾਂ ਮੂਰਖਤਾ। ਕਰਮ ਸ਼ਬਦ ਦਾ ਅਰਥ ਹੈ ਭਾਗ। ਸ਼ਰੀਰੀ ਸ਼ਬਦ ਦਾ ਅਰਥ ਹੈ ਦੇਹੀ ਜਾਂ ਆਤਮਾ। ਤਕਬਰੀ ਸ਼ਬਦ ਦਾ ਅਰਥ ਹੈ ਹੰਕਾਰ। ਹਲੀਮੀ ਸ਼ਬਦ ਦਾ ਅਰਥ ਹੈ ਨਿਮਰਤਾ ਜਾਂ ਸਹਿਨਸ਼ੀਲਤਾ। ਸ਼ੀਰੀ ਸ਼ਬਦ ਦਾ ਅਰਥ ਹੈ ਮਿਠਾਸ, ਭਾਵ ਜ਼ੁਬਾਨ ਦੀ ਮਿਠਾਸ। ਦਫ਼ਤਰ ਸ਼ਬਦ ਦਾ ਅਰਥ ਹੈ ਫਾਈਲਾਂ ਦਾ ਬੰਡਲ। ਪਾੜੋ ਸ਼ਬਦ ਦਾ ਅਰਥ ਹੈ ਛੱਡੋ। ਮੀਰੀ ਦਾ ਅਰਥ ਹੈ ਵਡੱਪਣ ਦਾ। ਸ਼ਾਹ ਹੁਸੈਨ ਜੀ ਕਹਿੰਦੇ ਹਨ ਕਿ ਹੇ ਭਾਈ, ਫਕੀਰੀ ਦਾ ਰਾਹ ਬੜਾ ਔਖਾ ਹੈ। ਇਸ ਰਾਹ ਉੱਤੇ ਤੁਰਨਾ ਸੌਖਾ ਨਹੀਂ। ਤੈਨੂੰ ਚਾਹੀਦਾ ਹੈ ਕਿ ਤੂੰ ਆਪਣੀ ਨਾਦਾਨੀ ਨੂੰ ਮੁਰਸ਼ਦ ਦੀ ਸਿੱਖਿਆ ਦੀ ਕੁਠਾਲੀ ਵਿੱਚ ਪਾ ਕੇ ਗਾਲ ਦੇ ਅਤੇ ਇਸ ਤਰ੍ਹਾਂ ਸੂਝਵਾਨ ਹੋ ਕੇ ਆਪਣੀ ਆਤਮਾ ਦੇ ਭਾਗ ਜਗਾ ਲੈ। ਤੈਨੂੰ ਹੰਕਾਰ ਛੱਡ ਕੇ ਨਿਮਰਤਾ ਧਾਰਨ ਕਰਨੀ ਚਾਹੀਦੀ ਹੈ ਅਤੇ ਮਿੱਠਾ ਬੋਲਣ ਦੇ ਰਾਹ ਉੱਤੇ ਤੁਰਨਾ ਚਾਹੀਦਾ ਹੈ। ਰੱਬ ਦਾ ਨਿਮਾਣਾ ਫਕੀਰ ਸ਼ਾਹ ਹੁਸੈਨ ਕਹਿੰਦਾ ਹੈ, ਹੇ ਭਾਈ, ਜੇ ਤੂੰ ਫਕੀਰੀ ਦੇ ਰਾਹ ਉੱਤੇ ਤੁਰਨਾ ਚਾਹੁੰਦਾ ਹੈ ਤਾਂ ਤੈਨੂੰ ਆਪਣੇ ਵਡੱਪਣ ਦੀਆਂ ਮਿਸਲਾਂ ਦਾ ਬੁਗਚਾ ਪਾੜ ਦੇਣਾ ਚਾਹੀਦਾ ਹੈ, ਭਾਵ ਵਡੱਪਣ ਦੇ ਹੰਕਾਰ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਇਹ ਸੀ ਸ਼ਾਹ ਹੁਸੈਨ ਜੀ ਦੀ ਕਾਫੀ ਮੁਸ਼ਕਿਲ ਘਾਟ ਫਕੀਰੀ ਦਾ। ਇਸ ਕਾਫੀ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਪਰਮਾਤਮਾ ਨੂੰ ਮਿਲਣ ਲਈ ਅਤੇ ਫਕੀਰੀ ਦੇ ਔਖੇ ਰਸਤੇ ਉੱਤੇ ਤੁਰਨ ਲਈ ਮਨੁੱਖ ਨੂੰ ਗੁਰੂ ਦੀ ਸਿੱਖਿਆ ਨਾਲ ਦੁਰਮਤ ਅਤੇ ਹੰਕਾਰ ਨੂੰ ਖਤਮ ਕਰਕੇ ਨਿਮਰਤਾ ਅਤੇ ਜ਼ਬਾਨ ਦੀ ਮਿਠਾਸ ਨੂੰ ਧਾਰਨ ਕਰਨਾ ਚਾਹੀਦਾ ਹੈ। ਸ਼ਾਹ ਹੁਸੈਨ ਜੀ ਦੀ ਅਗਲੀ ਕਾਫੀ ਦਾ ਨਾਂ ਹੈ ਨਿਮਾਣਿਆਂ ਦੀ ਰੱਬਾ ਰੱਬਾ ਹੋਈ। ਸ਼ਾਹ ਹੁਸੈਨ ਇਸ ਕਾਫੀ ਵਿੱਚ ਦੱਸਦੇ ਹਨ ਕਿ ਰੱਬ ਦੇ ਦਰ ਉੱਤੇ ਉਸੇ ਮਨੁੱਖ ਨੂੰ ਆਸਰਾ ਮਿਲੇਗਾ ਜੋ ਨਿਮਾਣਾ ਬਣ ਕੇ ਪ੍ਰਭੂ ਪ੍ਰੀਤਮ ਦੇ ਪਿਆਰ ਵਿੱਚ ਸਾਰੇ ਸੰਕੋਚ ਤਿਆਗ ਦਿੰਦਾ ਹੈ। ਸ਼ਾਹ ਹੁਸੈਨ ਜੀ ਕਹਿੰਦੇ ਹਨ, ਨਿਮਾਣਿਆਂ ਦੀ ਰੱਬਾ ਰੱਬਾ ਹੋਈ ਰਹਾਓ, ਭੱਠ ਪਈ ਤੇਰੀ ਚਿੱਟੀ ਚਾਦਰ, ਚੰਗੀ ਫਕੀਰਾਂ ਦੀ ਲੋਈ, ਦਰਗੇ ਵਿੱਚ ਸੁਹਾਗਣ ਸੋਈ, ਜੋ ਖੁੱਲ ਖੁੱਲ ਨੱਚ ਖਲੋਈ, ਕਹੇ ਹੁਸੈਨ ਫਕੀਰ ਸਾਈਂ ਦਾ, ਤਾਂ ਦਰ ਲੈਸੇ ਢੋਈ। ਰੱਬਾ ਰੱਬਾ ਹੋਈ ਭਾਵ ਲੋਕ ਰੱਬ ਰੱਬ ਕਰਨ ਲੱਗੇ ਜਾਂ ਜੈ ਜੈਕਾਰ ਹੋ ਗਈ। ਨਿਮਾਣਾ ਸ਼ਬਦ ਦਾ ਅਰਥ ਹੈ ਹੰਕਾਰ ਰਹਿਤ ਜਾਂ ਅਭਿਮਾਨ ਨਾ ਕਰਨ ਵਾਲਾ। ਚਿੱਟੀ ਚਾਦਰ ਭਾਵ ਵਿਕਾਰੀ ਅਤੇ ਹੰਕਾਰੀ ਬੰਦੇ ਦਾ ਦਿਖਾਵੇ ਦਾ ਪਹਿਰਾਵਾ। ਲੋਈ ਸ਼ਬਦ ਦਾ ਅਰਥ ਹੈ ਕੰਬਲੀ। ਦਰਗੇ ਸ਼ਬਦ ਦਾ ਅਰਥ ਹੈ ਰੱਬ ਦਾ ਦਰਬਾਰ। ਸੁਹਾਗਣ ਸ਼ਬਦ ਦਾ ਅਰਥ ਹੈ ਉਹ ਇਸਤਰੀ ਜਿਸ ਨੂੰ ਪਤੀ ਦਾ ਪਿਆਰ ਮਿਲਦਾ ਹੈ। ਲੈਸੇ ਭਾਵ ਲਵੇਗਾ। ਢੋਈ ਸ਼ਬਦ ਦਾ ਅਰਥ ਹੈ ਆਸਰਾ
ਜਾਂ ਪਨਾਹ। ਸ਼ਾਹ ਹੁਸੈਨ ਜੀ ਕਹਿੰਦੇ ਹਨ ਕਿ ਫਕੀਰਾਂ ਦੇ ਨਿਮਾਣੇਪਨ ਦੀ ਅੱਤ ਦੇਖ ਕੇ ਲੋਕ ਹੈਰਾਨ ਰਹਿ ਗਏ ਅਤੇ ਉਹ ਰੱਬ ਰੱਬ ਕਰਨ ਲੱਗੇ। ਹੇ ਭਾਈ, ਤੇਰੀ ਸੰਸਾਰਿਕ ਪਦਾਰਥਾਂ ਦੇ ਮਾਣ ਹੰਕਾਰ ਦੀ ਚਿੱਟੀ ਚਾਦਰ ਭੱਠੀ ਵਿੱਚ ਪਵੇ। ਫਕੀਰਾਂ ਨੂੰ ਇਸ ਦੀ ਜ਼ਰੂਰਤ ਨਹੀਂ। ਸਾਡੇ ਲਈ ਤਾਂ ਆਪਣੀ ਨਿਮਾਣੀ ਕੰਬਲੀ ਹੀ ਠੀਕ ਹੈ। ਰੱਬ ਦੇ ਦਰਗਾਹ ਵਿੱਚ ਉਹ ਇਸਤਰੀ ਹੀ ਉਸ ਪ੍ਰੀਤਮ ਦੇ ਪਿਆਰ ਦੀ ਪਾਤਰ ਬਣਦੀ ਹੈ ਜੋ ਦਿਖਾਵੇ ਦੇ ਜੀਵਨ ਅਤੇ ਸੰਕੋਚਾਂ ਨੂੰ ਛੱਡ ਕੇ ਖੁੱਲ੍ਹ ਕੇ ਉਸ ਦੇ ਪਿਆਰ ਦਾ ਪ੍ਰਗਟਾਵਾ ਕਰਦੀ ਹੈ। ਸਾਈਂ ਦਾ ਫਕੀਰ ਸ਼ਾਹ ਹੁਸੈਨ ਕਹਿੰਦਾ ਹੈ, ਹੇ ਭਾਈ, ਤੂੰ ਦਿਖਾਵੇ ਰਹਿਤ ਅਤੇ ਪ੍ਰਭੂ ਪਿਆਰ ਵਿੱਚ ਸੰਕੋਚ ਰਹਿਤ ਜੀਵਨ ਨੂੰ ਅਪਣਾ ਕੇ ਹੀ ਉਸ ਦੇ ਦਰਬਾਰ ਵਿੱਚ ਆਸਰਾ ਪ੍ਰਾਪਤ ਕਰ ਸਕਦਾ ਹੈ। ਨਿਮਾਣਿਆਂ ਦੀ ਰੱਬਾ ਰੱਬਾ ਹੋਈ ਕਾਫੀ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਰੱਬ ਦੇ ਦਰ ਉੱਤੇ ਉਸੇ ਮਨੁੱਖ ਨੂੰ ਆਸਰਾ ਮਿਲਦਾ ਹੈ ਜੋ ਅੱਤ ਦਾ ਨਿਮਾਣਾ ਹੋ ਕੇ ਪ੍ਰਭੂ ਪ੍ਰੀਤਮ ਦੇ ਪਿਆਰ ਵਿੱਚ ਸਾਰੇ ਸੰਕੋਚ ਤਿਆਗ ਦਿੰਦਾ ਹੈ। ਸ਼ਾਹ ਹੁਸੈਨ ਜੀ ਦੀ ਅਗਲੀ ਕਾਫੀ ਦਾ ਨਾਂ ਹੈ ਪਾਵੇਂਗਾ ਦੀਦਾਰ ਸਾਹਿਬ ਦਾ। ਇਸ ਕਾਫੀ ਵਿੱਚ ਸ਼ਾਹ ਹੁਸੈਨ ਜੀ ਨੇ ਮਨੁੱਖ ਨੂੰ ਪ੍ਰਭੂ ਦਰਸ਼ਨ ਪ੍ਰਾਪਤ ਕਰਨ ਲਈ ਨਿਰਮਾਣਤਾ ਧਾਰਨ ਕਰਨ, ਵਿਕਾਰਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਅਤੇ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਹੈ। ਕਾਫੀ ਹੈ ਪਾਵੇਂਗਾ ਦੀਦਾਰ ਸਾਹਿਬ ਦਾ, ਫਕੀਰਾ ਹੋਰ ਵੀ ਨੀਵਾਂ ਹੋਏ ਰਹਾਓ, ਟੋਪੀ ਮੈਲੀ ਸਾਬਣ ਥੋੜ੍ਹਾ ਬਹਿ ਕਿਨਾਰੇ ਧੋਏ। ਦੀਦਾਰ ਸ਼ਬਦ ਦਾ ਅਰਥ ਹੈ ਦਰਸ਼ਨ, ਨੀਵਾਂ ਸ਼ਬਦ ਦਾ ਅਰਥ ਹੈ ਨਿਰਮਾਣ। ਸ਼ਾਹ ਹੁਸੈਨ ਜੀ ਕਹਿੰਦੇ ਹਨ, ਹੇ ਫਕੀਰਾ, ਜੇਕਰ ਤੂੰ ਆਪਣੇ ਵਿੱਚ ਵੱਧ ਤੋਂ ਵੱਧ ਨਿਰਮਾਣਤਾ ਪੈਦਾ ਕਰਦਾ ਜਾਵੇਂਗਾ ਤਾਂ ਤੈਨੂੰ ਆਪਣੇ ਮਾਲਕ ਪ੍ਰਭੂ ਦਾ ਦੀਦਾਰ ਜ਼ਰੂਰ ਪ੍ਰਾਪਤ ਹੋਵੇਗਾ। ਹੇ ਭਾਈ, ਤੈਨੂੰ ਚਾਹੀਦਾ ਹੈ ਕਿ ਤੂੰ ਵਿਕਾਰਾਂ ਨਾਲ ਮੈਲੀ ਹੋਈ ਆਪਣੀ ਜੀਵਨ ਟੋਪੀ ਨੂੰ ਗੁਰੂ ਦੀ ਸਿੱਖਿਆ ਦਾ ਸਾਬਣ ਲਾ ਕੇ ਪ੍ਰਭੂ ਨਾਮ ਦੇ ਕੰਢੇ ਉੱਤੇ ਬਹਿ ਕੇ ਧੋ ਲੈ। ਇਸ ਤਰ੍ਹਾਂ ਕਰਨ ਨਾਲ ਤੈਨੂੰ ਪ੍ਰਭੂ ਦੇ ਦੀਦਾਰ ਜ਼ਰੂਰ ਪ੍ਰਾਪਤ ਹੋਣਗੇ। ਮੀਣੀ ਢੱਗੀ ਨਾਮ ਸਾਈਂ ਦਾ ਅੰਦਰ ਬਹਿ ਕਰ ਚੋਏ, ਉਛਲ ਨਦੀਆਂ ਤਾਰੂ ਹੋਈਆਂ ਮੈਂ ਕੰਢੇ ਰਹੀ ਖਲੋਏ, ਕਹੇ ਹੁਸੈਨ ਫਕੀਰ ਸਾਈਂ ਦਾ ਹੋਣੀ ਹੋਏ ਸੋ ਹੋਈ। ਮੀਣੀ ਢੱਗੀ ਭਾਵ ਮੁੜੇ ਹੋਏ ਸਿੰਗਾਂ ਵਾਲੀ ਝੋਟੀ। ਉਛਲ ਨਦੀਆਂ ਤਾਰੂ ਹੋਈਆਂ ਦਾ ਅਰਥ ਹੈ ਨਦੀਆਂ ਵਿੱਚ ਉਛਾਲਾ ਆ ਗਿਆ ਅਤੇ ਹੁਣ ਇਹਨਾਂ ਨੂੰ ਤਰ ਕੇ ਹੀ ਲੰਘਿਆ ਜਾ ਸਕਦਾ ਹੈ। ਸ਼ਾਹ ਹੁਸੈਨ ਜੀ ਕਹਿੰਦੇ ਹਨ, ਹੇ ਭਾਈ, ਮਾਲਕ ਪ੍ਰਭੂ ਦਾ ਨਾਮ ਤਾਂ ਅਸੀਲ ਮੀਣੀ ਢੱਗੀ ਸਮਾਨ ਹੈ ਜਿਸ ਨੂੰ ਤੂੰ ਅੰਦਰ ਬਹਿ ਕੇ ਚੋਂਦਾ ਰਿਹਾ ਕਰ। ਅਰਥਾਤ ਪ੍ਰਭੂ ਦਾ ਨਾਮ ਤੂੰ ਆਪਣੇ ਘਰ ਦੇ ਅੰਦਰ ਬਹਿ ਕੇ ਹੀ ਜਪਦਾ ਰਿਹਾ ਕਰ। ਨਾਮ ਜਪਣ ਵਾਲਿਆਂ ਲਈ ਵਿਕਾਰਾਂ ਦੀਆਂ ਉਛਾਲੇ ਮਾਰਦੀਆਂ ਨਦੀਆਂ ਤਰਨਯੋਗ ਹੋ ਗਈਆਂ ਹਨ, ਪਰ ਮੈਂ ਨਾਮ ਤੋਂ ਸੱਖਣੀ ਵਿਕਾਰਾਂ ਦੀ ਨਦੀ ਦੇ ਕੰਢੇ ਉੱਪਰ ਹੀ ਖੜੀ ਰਹੀ ਅਤੇ ਉਸ ਨੂੰ ਤਰ ਨਾ ਸਕੀ। ਪ੍ਰਭੂ ਮਾਲਕ ਦਾ ਫਕੀਰ ਸ਼ਾਹ ਹੁਸੈਨ ਕਹਿੰਦਾ ਹੈ ਕਿ ਵਿਕਾਰਾਂ ਦੀ ਨਦੀ ਪਾਰ ਕਰਨ ਦੇ ਯੋਗ ਨਾ ਹੋਣ ਵਿੱਚ ਉਸ ਦਾ ਕਸੂਰ ਨਹੀਂ। ਅਸਲ ਵਿੱਚ ਜੋ ਹੋਣਹਾਰ ਹੁੰਦੀ ਹੈ ਉਹ ਹੋ ਕੇ ਹੀ ਰਹਿੰਦੀ ਹੈ। ਇਸੇ ਕਰਕੇ ਮੈਂ ਬਦਕਿਸਮਤ ਨਾਮ ਤੋਂ ਸੱਖਣੀ ਰਹਿਣ ਕਰਕੇ ਵਿਕਾਰਾਂ ਦੀ ਨਦੀ ਨੂੰ ਤਰ ਨਹੀਂ ਸਕੀ। ਇਹ ਸੀ ਸ਼ਾਹ ਹੁਸੈਨ ਜੀ ਦੀ ਕਾਫੀ ਪਾਵੇਂਗਾ
ਦੀਦਾਰ ਸਾਹਿਬ ਦਾ। ਪਾਵੇਂਗਾ ਦੀਦਾਰ ਸਾਹਿਬ ਦਾ ਕਾਫੀ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਮਨੁੱਖ ਆਪਣੇ ਵਿੱਚ ਵੱਧ ਤੋਂ ਵੱਧ ਨਿਰਮਾਣਤਾ ਪੈਦਾ ਕਰਕੇ ਅਤੇ ਗੁਰੂ ਦੀ ਸਿੱਖਿਆ ਤੇ ਨਾਮ ਸਿਮਰਨ ਨਾਲ ਵਿਕਾਰਾਂ ਦੀ ਮੈਲ ਤੋਂ ਛੁਟਕਾਰਾ ਪਾ ਕੇ ਪ੍ਰਭੂ ਦੇ ਦੀਦਾਰ ਪਾ ਸਕਦਾ ਹੈ। ਸੋ ਇਹ ਸੀ 12ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਸੂਫੀ ਸੰਤ ਸ਼ਾਹ ਹੁਸੈਨ ਜੀ ਦੀਆਂ ਕਾਫੀਆਂ, ਜਿਨ੍ਹਾਂ ਨਾਲ ਪੰਜਾਬੀ ਵਿੱਚ ਸੂਫੀ ਕਾਵ ਧਾਰਾ ਦੇ ਵਿੱਚ ਮਸਤੀ, ਸ਼ੌਂਕ, ਚਾਓ, ਇਸ਼ਕ, ਬੇਪਰਵਾਹੀ ਅਤੇ ਬੇਨਿਆਜ਼ੀ ਜਿਹੇ ਭਾਵ ਉਜਾਗਰ ਹੋਣ ਲੱਗੇ ਅਤੇ ਸੂਫੀ ਵਿਚਾਰਧਾਰਾ ਤਪ ਸਾਧਨਾ ਦੀ ਥਾਂ ਪ੍ਰਭੂ ਪ੍ਰੀਤੀ ਦੇ ਰੰਗ ਵਿੱਚ ਰੰਗੀ ਗਈ। ਸ਼ਾਹ ਹੁਸੈਨ ਜੀ ਨੇ ਸਾਨੂੰ ਆਪਣੇ ਆਪੇ ਦੀ ਪਛਾਣ ਕਰਕੇ, ਚੰਗੇ ਅਮਲ ਕਰਕੇ, ਪਰਮਾਤਮਾ ਦੀ ਬੰਦਗੀ ਕਰਕੇ, ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਜ਼ਿੰਦਗੀ ਜਿਉਣ ਦੀ ਪ੍ਰੇਰਨਾ ਦਿੱਤੀ ਹੈ। ਧੰਨਵਾਦ।